ਆਡੀਓ ਰਿਕਾਰਡਿੰਗ ਰਾਹੀਂ ਜੈਸੀਆਂ ਇਹ ਸਮੱਸਿਆਵਾਂ ਦੱਸ ਰਿਹਾ ਹੈ ਨਾ, ਵੈਸੀਆਂ ਹੀ ਸਮੱਸਿਆਵਾਂ ਤਕਰੀਬਨ ਬਹੁਤਿਆਂ ਨੂੰ ਹਨ, ਪਰ ਦੱਸਦੇ ਨਹੀਂ ਹਨ, ਛੁਪਾਉਂਦੇ ਹਨ। ਤੇ ਇਸ ਗੱਲੋਂ ਇਹ ਭੋਲਾ ਭਾਲਾ ਲੱਗਦਾ ਹੈ। ਇਹ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਬਹਾਨੇ ਬਹੁਤਿਆਂ ਨੂੰ ਲਾਭ ਹੋਵੇਗਾ, ਸਮਝਣਯੋਗ ਹੈ। ਜੋ ਪਹਿਲੀ ਗੱਲ ਇਹ ਕਰ ਰਿਹਾ ਹੈ ਇਸ ਰਿਕਾਰਡਿੰਗ ਵਿੱਚ, हमने बच्चों को पैदा किया, पाला पलोसा, पढ़ाया लिखाया, अब वो हमारा कहना नहीं मानते। अक्सर लोग ऐसा कहते हैं। पर मैं ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਕਹਿਣਾ ਮਨਾਉਣਾ ਕਿਉਂ ਚਾਹੁੰਦੇ ਹੋ ਉਹਨਾਂ ਨੂੰ, ਵੀ ਉਹ ਮੇਰਾ ਕਹਿਣਾ ਮੰਨਣ। ਤੁਸੀਂ ਆਪਣੀਆਂ ਆਕਾਂਸ਼ਾਵਾਂ ਇੱਛਾਵਾਂ ਉਹਨਾਂ 'ਤੇ ਥੋਪਦੇ ਹੋ ਵੀ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਉੱਦਾਂ ਹੀ ਕਰਨ ਬੱਚੇ। ਇਹੋ ਹੀ ਵਾਸ਼ਨਾ ਹੈ ਨਾ, ਵੀ ਜਿੱਦਾਂ ਮੈਂ ਚਲਾਉਣਾ ਚਾਹੁੰਦਾ ਹਾਂ ਉੱਦਾਂ ਹੀ ਚੱਲਣ, ਕਿਉਂਕਿ ਬੱਚੇ ਮੇਰੇ ਹਨ। ਉੱਥੇ ਮੈਂ ਭਾਵ ਜੁੜਿਆ ਹੋਇਆ ਹੈ। ਮੋਹ ਇਹਨੂੰ ਹੀ ਕਹਿੰਦੇ ਹਨ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਇਹੋ ਹੀ ਮਾਇਆ ਹੈ। ਦੂਸਰੇ ਕਹਿਣਾ ਨਹੀਂ ਮੰਨ ਰਹੇ ਹਨ ਬੱਚੇ, ਤਾਂ ਵੀ ਤੁਸੀਂ ਮਨਾ ਰਹੇ ਹੋ। ਅਤੇ ਅਗਰ ਨਹੀਂ ਮੰਨ ਰਹੇ ਹਨ ਤਾਂ ਦੁਖੀ ਹੋ ਰਹੇ ਹੋ, ਪਰੇਸ਼ਾਨ ਹੋ ਰਹੇ ਹੋ। ਇਹੋ ਹੀ ਤਾਂ ਮਾਇਆ ਹੈ, ਲਗਾਵ ਹੈ ਨਾ। ਹੁਣ ਆਂਢੀਆਂ ਗੁਆਂਢੀਆਂ ਦੇ ਬੱਚੇ ਨਾ ਮੰਨਣ ਤਾਂ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ? ਨਹੀਂ ਹੁੰਦੀ। ਆਪਣੇ ਬੱਚੇ ਨਾ ਕਹਿਣਾ ਮੰਨਣ, ਕਿਉਂਕਿ ਤੁਸੀਂ ਸੋਚਿਆ ਨਹੀਂ ਸੀ ਨਾ ਵੀ ਇਹ ਵੱਡੇ ਹੋ ਕੇ ਕਹਿਣਾ ਨਹੀਂ ਮੰਨਣਗੇ। ਤੁਸੀਂ ਸੋਚਿਆ ਸੀ ਵੀ ਜਿਸ ਤਰ੍ਹਾਂ ਮੈਂ ਕਹੂੰਗਾ ਉੱਦਾਂ ਹੀ ਕਰਨਗੇ। ਮੇਰੇ ਬੱਚੇ ਇੱਧਰ ਉੱਧਰ ਕਿਵੇਂ ਜਾਣ, ਅਤੇ ਜੋ ਮੈਂ ਸੋਚਿਆ ਉਹ ਹੀ ਕਰਨ। ਅਤੇ ਅਗਰ ਮਾਤਾ ਪਿਤਾ ਜੋ ਸੋਚਦੇ ਹਨ ਵੈਸੇ ਹੀ ਬੱਚੇ ਕਰਨ ਤਾਂ ਬੜਾ ਖੁਸ਼ ਹੁੰਦੇ ਹਨ, ਬੜੀਆਂ ਉਸਤਤਾਂ ਕਰਦੇ ਹਨ ਬੱਚੇ ਦੀਆਂ। 100% ਨੰਬਰ ਲੈ ਕੇ ਆਇਆ। ਆਪਣੇ ਹੰਕਾਰ ਦੀ ਪੂਰਤੀ ਕਰਦੇ ਹਨ ਬਹੁਤੇ ਮਾਤਾ ਪਿਤਾ ਵੀ ਦੇਖੋ ਮੇਰਾ ਬੱਚਾ ਆਮ ਸਧਾਰਨ ਥੋੜ੍ਹੀ ਹੈ। ਅਤੇ ਜਿਹੜੇ ਬੱਚੇ ਮਾਤਾ ਪਿਤਾ ਦੀਆਂ ਖਵਾਹਿਸ਼ਾਂ ਪੂਰੀਆਂ ਕਰਦੇ ਹਨ ਉਹਨਾਂ 'ਤੇ ਮਾਤਾ ਪਿਤਾ ਵੀ ਬਹੁਤ ਪ੍ਰਸੰਨ ਹੁੰਦੇ ਹਨ, ਕਿਉਂਕਿ ਖਵਾਹਿਸ਼ਾਂ ਮਾਤਾ ਪਿਤਾ ਦੀਆਂ ਪੂਰੀਆਂ ਹੋ ਰਹੀਆਂ ਹਨ। ਵਾਸ਼ਨਾ ਬੱਚੇ ਨਾਲ ਕੋਈ ਲੈਣਾ ਦੇਣਾ ਥੋੜ੍ਹੀ ਹੈ। ਬੱਚੇ ਦਰਅਸਲ ਪੈਦਾ ਹੀ ਵਾਸ਼ਨਾ ਪੂਰੀਆਂ ਕਰਨ ਵਾਸਤੇ ਹੀ ਮਾਤਾ ਪਿਤਾ ਕਰ ਰਹੇ ਹਨ। ਜਦੋਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਉਦੋਂ ਸੋਚਣ ਲੱਗ ਜਾਂਦੇ ਵੀ ਇਹਨੂੰ ਕੀ ਬਣਾਉਣਾ। ਦੱਸੋ ਤੁਸੀਂ ਕੌਣ ਬਣਾਉਣ ਵਾਲੇ ਹੁੰਦੇ ਹੋ? ਅਤੇ ਪੂਰਾ ਜ਼ੋਰ ਲਾਉਂਦੇ ਹਨ ਬਣਾਉਣ ਵਾਸਤੇ। ਫਿਰ ਆਦਮੀ ਸੋਚਦਾ ਹੈ ਹੁਣ ਕਹਿਣਾ ਨਹੀਂ ਮੰਨ ਰਹੇ ਹਨ ਅਤੇ ਬੁਢਾਪੇ ਦੇ ਵਿੱਚ ਕਿਵੇਂ ਮੰਨਣਗੇ, ਕਿਵੇਂ ਮੈਨੂੰ ਸਾਂਭਣਗੇ, ਕਿਵੇਂ ਸੁੱਖ ਸੁਵਿਧਾ ਦੇਣਗੇ। ਅਤੇ ਆਪਣੀ ਸੁੱਖ ਸੁਵਿਧਾ ਵਾਸਤੇ ਬੱਚਿਆਂ ਕੋਲ ਮੰਗ ਰਹੇ ਹਨ ਸੁੱਖ ਸੁਵਿਧਾ। ਕੋਈ ਪਤਨੀ ਕੋ ਮੰਗਦਾ, ਕੋਈ ਪਤੀ ਕੋ ਮੰਗ ਰਿਹਾ। ਅਤੇ ਸੁੱਖ ਸੁਵਿਧਾ ਦੀ ਵਾਸ਼ਨਾ ਦਾ ਤਿਆਗ ਹੀ ਵੈਰਾਗ ਹੈ। ਇਸੇ ਕਰਕੇ ਮੈਂ ਕਹਿੰਦਾ ਵੈਰਾਗ ਨੂੰ ਸਮਝ ਨਹੀਂ ਰਹੇ ਤੁਸੀਂ। ਵੈਰਾਗ ਦਾ ਕੀ ਅਰਥ ਹੈ? ਵੀ ਹੁਣ ਕਿਸੇ ਕੋ ਸੁੱਖ ਨਹੀਂ ਚਾਹੀਦਾ, ਸੁੱਖ ਮਿਲ ਨਹੀਂ ਸਕਦਾ ਹੈ। ਤੁਸੀਂ ਕੀ ਸੋਚਦੇ ਹੋ ਵੀ ਤੁਹਾਨੂੰ ਸੁੱਖ ਬਾਹਰੋਂ ਮਿਲ ਜਾਂਦਾ ਹੈ ਜਾਂ ਮਿਲ ਰਿਹਾ ਹੈ? ਇਹ ਸਿਰਫ ਵਹਿਮ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਹੜੇ ਸੋਚ ਰਹੇ ਹਨ ਨਾ ਸਾਨੂੰ ਸੁੱਖ ਮਿਲਦਾ ਹੈ ਬਾਹਰੋਂ, ਬੱਚੇ ਕਹਿਣਾ ਮੰਨਦੇ ਹਨ ਅਤੇ ਸੁੱਖ ਮਿਲਦਾ ਹੈ, ਪਿਆਰ ਕਰਦੇ ਹਨ ਅਤੇ ਸੁੱਖ ਮਿਲਦਾ ਹੈ, ਪਤਨੀ ਪਿਆਰ ਕਰਦੀ ਸੁੱਖ ਮਿਲਦਾ ਹੈ, ਪਤੀ ਪਿਆਰ ਕਰਦਾ ਸੁੱਖ ਮਿਲਦਾ ਹੈ, ਬਾਹਰੋਂ ਸੁੱਖ ਮਿਲ ਰਿਹਾ ਹੈ। ਨਹੀਂ, ਬਾਹਰੋਂ ਨਹੀਂ ਮਿਲ ਰਿਹਾ ਹੈ, ਮਿਲਦਾ ਤੁਹਾਨੂੰ ਅੰਦਰੋਂ ਹੀ ਹੈ। ਸਿਰਫ ਬਾਹਰ ਦੇ ਸਹਿਯੋਗ ਦੇ ਕਰਕੇ ਤੁਸੀਂ ਅੰਦਰ ਉਸ ਸਰੋਤ ਦੇ ਨਾਲ ਜੁੜ ਜਾਂਦੇ ਹੋ ਜਿਹੜਾ ਤੁਹਾਡੇ ਅੰਦਰ ਹੈ।
ਬਾਹਰੋਂ ਸੁੱਖ ਕਿਸੇ ਨੂੰ ਨਹੀਂ ਮਿਲਿਆ ਅਜੇ ਤੱਕ, ਮਿਲ ਨਹੀਂ ਸਕਦਾ ਹੈ ਬਾਹਰੋਂ, ਕਿਉਂਕਿ ਝੂਠ ਵਿੱਚੋਂ ਸੁੱਖ ਕਿਵੇਂ ਮਿਲੂਗਾ। ਝੂਠ ਦੇ ਬਹਾਨੇ ਤੁਸੀਂ ਸੱਚ ਦੇ ਨਾਲ ਜੁੜ ਜਾਂਦੇ, ਥੋੜ੍ਹਾ ਜਿਹਾ ਹੀ ਜੁੜਦੇ ਹੋ, ਕਿਉਂਕਿ ਲਗਾਤਾਰ ਨਹੀਂ ਜੁੜ ਸਕਦੇ ਨਾ, ਮੋਹ ਦਾ ਕਰਕੇ। ਹੁਣ ਜਿਵੇਂ ਇਵੇਂ ਸਮਝ ਲਵੋ, ਕੋਈ ਮਿੱਤਰ ਆਇਆ ਤੁਹਾਡੇ ਕੋਲ, ਕੋਈ ਪਿਆਰਾ ਆਇਆ ਜਾਂ ਕਿਸੇ ਦਾ ਬੱਚਾ ਹੀ ਆਇਆ, ਉਹਨੂੰ ਤੁਸੀਂ ਗਲਵੱਕੜੀ 'ਚ ਲਿਆ, ਬੜਾ ਪਿਆਰ ਕੀਤਾ ਤਾਂ ਬੜਾ ਸੁੱਖ ਮਿਲਿਆ। ਮਾਵਾਂ ਕਹਿੰਦੀਆਂ ਕਲੇਜੇ ਨੂੰ ਠੰਡ ਪੈ ਗਈ, ਅਤੇ ਅਗਰ ਉਹ ਜੱਫੀ ਛੱਡੇ ਹੀ ਨਾ ਤਾਂ ਫਿਰ ਸੁੱਖ ਮਿਲੇਗਾ। ਥੋੜ੍ਹਾ ਚਿਰ ਵਾਸਤੇ ਤਾਂ ਠੀਕ ਹੈ, ਪਰ ਲਗਾਤਾਰ ਹੀ ਉਹ ਜੱਫੀ ਪਾਈ ਰੱਖੇ, ਫਿਰ ਦੁੱਖ ਸ਼ੁਰੂ ਹੋ ਜਾਵੇਗਾ, ਫਿਰ ਕਸ਼ਟ ਹੋਣਾ ਸ਼ੁਰੂ ਹੋ ਜਾਵੇਗਾ। ਛੱਡ ਵੀ ਪਰੇ ਤੂੰ ਹੁਣ, ਕਿਉਂਕਿ ਉਹ ਸਦਾ ਨਹੀਂ ਨਾ ਮਿਲਦਾ। ਇਸ ਕਰਕੇ ਛਣ ਭੰਗਰ ਸੁੱਖ ਕਿਹਾ ਹੈ ਸੰਸਾਰ ਦੇ ਵਿੱਚ ਮਿਲਦਾ ਹੈ। ਭੋਗਾਂ ਦੇ ਵਿੱਚ ਵੀ ਛਣ ਭੰਗਰ ਹੈ, ਲਗਾਤਾਰ ਨਹੀਂ ਮਿਲ ਸਕਦਾ। ਤੋ ਮਿਲਦਾ ਅੰਦਰ ਦੇ ਸਰੋਤ ਦੇ ਨਾਲ ਜੁੜਨ ਕਰਕੇ ਹੀ ਹੈ। ਮਾੜਾ ਜਿਹਾ ਇਕਾਗਰ ਹੋ ਗਿਆ, ਕੋਈ ਜੁੜ ਗਿਆ, ਉਹਨੂੰ ਮਿਲ ਗਿਆ, ਅਤੇ ਥੋੜ੍ਹਾ ਜਿਹਾ ਮਿਲਦਾ ਹੈ, ਅਤੇ ਵਾਸਤਵਿਕ ਨਹੀਂ ਹੈ ਉਹ ਵੀ, ਸਿਰਫ ਕਿਸੇ ਬਹਾਨੇ ਕਰਕੇ ਬਾਹਰੋਂ ਮਿਲਦਾ। ਅਤੇ ਸਦਾ ਬਹਾਨੇ ਮੌਜੂਦ ਨਹੀਂ ਹੁੰਦੇ ਹਨ, ਇਸ ਕਰਕੇ ਸਦਾ ਮਿਲਦਾ ਨਹੀਂ। ਅਤੇ ਤੁਸੀਂ ਸੋਚਦੇ ਹੋ ਬੱਚਿਆਂ ਵਿੱਚੋਂ ਸੁੱਖ ਮਿਲੇ, ਬੱਚਾ ਕਹਿਣਾ ਮੰਨੇ ਅਤੇ ਸੁੱਖ ਮਿਲਦਾ ਹੈ, ਮਜ਼ਾ ਆਉਂਦਾ ਹੈ ਮਾਤਾ ਪਿਤਾ ਨੂੰ, ਕਹਿਣੇਕਾਰ ਹੈ ਬੱਚਾ, ਜੋ ਵੀ ਕਹਿੰਦੇ ਹਾਂ ਉਹ ਕਰਦਾ ਹੈ, ਅਤੇ ਸੁੱਖ ਮਿਲਦਾ। ਸੁੱਖ ਉਹਨੂੰ ਅੰਦਰੋਂ ਹੀ ਮਿਲ ਰਿਹਾ, ਬੱਚੇ ਤੋਂ ਥੋੜ੍ਹੀ ਮਿਲ ਰਹੇ। ਨਾ ਪਤਨੀ ਤੋਂ ਮਿਲਦਾ ਹੈ, ਨਾ ਪਤੀ 'ਚੋਂ ਮਿਲਦਾ, ਕਿਤੇ ਵੀ ਨਹੀਂ ਮਿਲ ਰਿਹਾ ਹੈ ਬਾਹਰੋਂ। ਇਸੇ ਕਾਰਨ ਤੇ ਕਿਹਾ ਹੈ ਸਤਿਪੁਰਖਾਂ ਨੇ ਵੀ ਜਿਹੜੇ ਸੁੱਖ ਨੂੰ ਤੂੰ ਬਾਹਰ ਖੋਜ ਰਿਹਾ ਹੈ ਨਾ, ਉਹ ਸੁੱਖ ਨਹੀਂ ਹੈ, ਸੁੱਖ ਪੱਲਰ ਹੈ। ਮਹਾਂ ਸੁੱਖ ਤੇਰੇ ਅੰਦਰ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸ਼ਰਾਮ। ਉਹ ਤੇਰੀ ਵਿਸ਼ਰਾਮ ਅਵਸਥਾ ਦੇ ਵਿੱਚ ਤੈਨੂੰ ਅੰਦਰੋਂ ਮਿਲੂਗਾ, ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ। ਬਾਹਰ ਥੋੜ੍ਹੀ ਹੈ, ਪਰ ਆਦਮੀ ਬਾਹਰ ਭਟਕਦਾ ਹੈ। ਇਸੇ ਕਰਕੇ ਪ੍ਰਮਾਣ ਦਿੱਤੇ ਹਨ ਨਾ ਗਿਆਨਵਾਨ ਪੁਰਸ਼ਾਂ ਨੇ ਵੀ ਮਿਰਗ ਦੀ ਤ੍ਰਿਸ਼ਨਾ ਵਾਂਗੂ ਆਦਮੀ ਬਾਹਰ ਭੱਜਦਾ ਹੈ। ਵੀ ਮਿਰਗ ਨੂੰ ਦੂਰ ਪਾਣੀ ਦਿਖਦਾ ਹੈ, ਵੀ ਪੀਊਂਗਾ ਬੜਾ ਸੁੱਖ ਮਿਲੂਗਾ, ਨਹਾਊਂਗਾ, ਮਜ਼ੇ ਕਰੂੰਗਾ। ਰੇਗਿਸਤਾਨ ਦੇ ਵਿੱਚ ਦੂਰ ਦੇਖਦਾ ਪਾਣੀ ਝਲਕਦਾ, ਜਦੋਂ ਜਾਂਦਾ ਹੈ ਉੱਥੇ ਤੇ ਰੇਤਾ ਦਾ ਢੇਰ ਹੈ, ਮੂੰਹ ਮਾਰਦਾ। ਉਹ ਹਾਲ ਮਨੁੱਖ ਦਾ ਹੈ। ਤਾਂ ਪਹਿਲੀ ਤਾਂ ਗੱਲ ਹੈ ਵੀ ਸੁੱਖ ਬਾਹਰ ਨਹੀਂ ਹੈ, ਅਤੇ ਸੁੱਖ ਦਾ ਤਿਆਗ ਹੀ ਵੈਰਾਗ ਹੈ ਸੰਸਾਰ ਵੱਲੋਂ। ਸੰਸਾਰ 'ਚ ਸੁੱਖ ਨਹੀਂ ਮਿਲ ਸਕਦਾ, ਇਹ ਜਿਹੜਾ ਜਾਣ ਲੈਂਦਾ ਹੈ ਉਹਨੂੰ ਵੈਰਾਗ ਹੋ ਜਾਂਦਾ ਹੈ। ਕਿਸੇ ਕੋਲ ਨਹੀਂ ਮਿਲਿਆ ਹੈ, ਨਾ ਧੀਆਂ ਕੋਲ, ਪੁੱਤਰਾਂ ਕੋਲ, ਕਿਸੇ ਕੋਲ ਮਿਲਦਾ ਨਹੀਂ ਹੈ। ਸਿਰਫ ਭਰਮ ਹੈ, ਇੱਕ ਖਿਆਲ ਹੈ, ਅਤੇ ਭਰਮ ਹਰ ਇੱਕ ਦਾ ਟੁੱਟਦਾ ਰਹਿੰਦਾ ਹੈ। ਫਿਰ ਦੂਸਰੀ ਗੱਲ ਹੈ, ਬੱਚੇ ਕਹਿਣਾ ਨਹੀਂ ਮੰਨ ਰਹੇ ਹਨ, ਅਤੇ ਉਹ ਉਹਨਾਂ ਦਾ ਜੀਵਨ ਹੈ, ਉਹਨਾਂ ਨੂੰ ਜੀਣ ਦਿਓ। ਕਹਿੰਦੇ ਹਨ ਨਾ ਮੱਥੇ 'ਤੇ ਲਿਖਾ ਕੇ ਆਇਆ ਹੈ ਜੋ ਜੋ ਮਨੁੱਖ ਨੇ ਕਰਨਾ ਹੈ, ਤੋ ਜੋ ਜੋ ਉਹਨਾਂ ਨੇ ਕਰਨਾ ਉਹ ਲਿਖਵਾ ਕੇ ਹੀ ਆਏ। ਅਤੇ ਉਹਨਾਂ ਨੂੰ ਸੁਤੰਤਰ ਛੱਡੋ। ਅਗਰ ਉਹ ਗਲਤ ਪਾਸੇ ਵੀ ਜਾ ਰਹੇ ਹਨ ਅਤੇ ਤਾਂ ਵੀ ਠੀਕ ਹੈ, ਕਿਉਂਕਿ ਠੋਕਰਾਂ ਖਾ ਕੇ ਹੀ ਸੰਸਾਰ ਦੀਆਂ ਪਤਾ ਲੱਗਦਾ ਹੈ ਆਦਮੀ ਨੂੰ। ਜਿੰਨਾ ਕੋਈ ਜ਼ਿਆਦਾ ਠੋਕਰਾਂ ਖਾਂਦਾ ਹੈ ਨਾ, ਧੱਕੇ ਖਾਂਦਾ ਸੰਸਾਰ ਦੇ ਵਿੱਚ, ਓਨਾ ਹੀ ਉਹਨੂੰ ਜ਼ਿਆਦਾ ਪਤਾ ਲੱਗਦਾ ਹੈ ਸੰਸਾਰ ਦੀ ਵਾਸਤਵਿਕਤਾ ਦਾ। ਅਤੇ ਕਈ ਨਿਆਣਿਆਂ ਨੂੰ ਠੋਕਰਾਂ ਖਾਣ ਹੀ ਨਹੀਂ ਦਿੰਦੇ, ਨਿਕਲ ਨਹੀਂ ਦਿੰਦੇ, ਬੜੀ ਸੁੱਖ ਸੁਵਿਧਾ 'ਚ ਰੱਖਦੇ ਹਨ, ਉਹਨਾਂ ਦਾ ਵਿਕਾਸ ਨਹੀਂ ਹੁੰਦਾ ਹੈ। ਆਤਮਿਕ ਵਿਕਾਸ ਜਿਹੜਾ ਹੈ ਨਾ, ਉਹ ਭਟਕ ਕੇ ਹੁੰਦਾ ਹੈ, ਜਾਣ ਕੇ ਹੁੰਦਾ ਹੈ ਸੰਸਾਰ ਨੂੰ। ਭਟਕ ਕੇ ਪਤਾ ਲੱਗੂਗਾ ਹੈ ਨਾ, ਕੁਛ ਨਹੀਂ ਹੈ। ਉੱਦਾਂ ਕਿਵੇਂ ਕੋਈ ਵੀ ਨਹੀਂ ਸਮਝਦਾ ਹੈ, ਉੱਦਾਂ ਤੁਸੀਂ ਕਿਹੜਾ ਸਮਝੇ ਹੋ। ਜਿਵੇਂ ਕਹਿੰਦੇ ਨੇ, ਇੱਕ ਮੁਸਲਮਾਨ ਮੌਲਵੀ ਨੇ ਆਪਣੇ ਬੇਟੇ ਨੂੰ ਕਿਹਾ ਵੀ ਮੈਂ ਹੁਣ ਬਿਰਧ ਹੋ ਗਿਆ ਹਾਂ, ਮੇਰੇ ਵੀ ਪੇ ਨੇ ਮੈਨੂੰ ਸਲਾਹਾਂ ਦਿੱਤੀਆਂ ਸੀ ਪਰ ਮੈਂ ਮੰਨੀਆਂ ਨਹੀਂ, ਅਤੇ ਮੈਂ ਵੀ ਤੈਨੂੰ ਦੇ ਰਿਹਾ ਹਾਂ, ਪਰ ਲੱਗਦਾ ਨਹੀਂ ਤੂੰ ਮੰਨੇਗਾ। ਬੇਟਾ ਕਹਿੰਦਾ ਵੀ ਤੁਸੀਂ ਦਿਓ ਤਾਂ ਸਹੀ, ਮੈਂ ਮੰਨਾਂ ਕਿ ਨਾ ਮੰਨਾਂ। ਉਹ ਕਹਿੰਦਾ ਪਹਿਲੀ ਤਾਂ ਇਹ ਆ ਵੀ ਨਿਸ਼ਚਿੰਤ ਰਹਿਣਾ ਹੈ ਅਤੇ ਸ਼ਾਦੀ ਨਾ ਕਰਾਈ। ਫਿਰ ਅਗਰ ਕਰਾ ਵੀ ਲਏ ਅਤੇ 2 ਸ਼ਾਦੀਆਂ ਇਕੱਠੀਆਂ ਨਾ ਕਰਾਈ, ਨਹੀਂ ਤਾਂ ਸੁੱਖ ਚੈਨ ਤੇਰਾ ਸਾਰਾ ਹੀ ਜਾਂਦਾ ਲੱਗੂਗਾ। ਮੁਸਲਮਾਨ ਕਰਾ ਲੈਂਦੇ ਹਨ। ਅਤੇ ਨਾਲ ਹੀ ਕਹਿਣ ਲੱਗਾ ਵੀ ਤੂੰ ਮੰਨਣਾ ਹੀ ਨਹੀਂ ਹੈ ਮੇਰੀ ਗੱਲ, ਕਿਉਂਕਿ ਮੈਂ ਵੀ ਨਹੀਂ ਮੰਨੀ।
ਤੇ ਮੇਰੇ ਪੇ ਨੇ ਵੀ ਨਹੀਂ ਮੰਨੀ, ਉਹਦੇ ਪੇ ਨੇ ਵੀ ਇਹੋ ਗੱਲ ਕਹੀ ਸੀ। ਮੰਨਦਾ ਕੋਈ ਵੀ ਨਹੀਂ ਹੈ, ਕਿਉਂਕਿ ਜਿੰਨਾ ਚਿਰ ਆਦਮੀ ਜਾਣੇ ਨਾ ਉਹਨਾਂ ਚਿਰ ਪਤਾ ਕਿਵੇਂ ਲੱਗੇ। ਆਦਮੀ ਸੋਚਦਾ ਹੈ ਵੀ ਇਹਨੂੰ ਜੀਣ ਦੀ ਕਲਾ ਦਾ ਨਹੀਂ ਪਤਾ ਹੈ, ਸੰਸਾਰ ਦੇ ਵਿੱਚ ਕਿਵੇਂ ਜੀਦਾ। ਨੌਜਵਾਨ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਬੁੱਢਿਆਂ ਨੂੰ, ਅਸੀਂ ਜੀ ਕੇ ਦਿਖਾ ਲਾਂਗੇ ਸੁਖਪੂਰਵਕ ਮਜ਼ੇ ਨਾਲ, ਇਹਨਾਂ ਨੂੰ ਨਹੀਂ ਪਤਾ ਹੈ। ਅਤੇ ਸੰਸਾਰ 'ਚ ਭਟਕ ਕੇ ਹੀ ਪਤਾ ਲੱਗਦਾ ਹੈ। ਅਤੇ ਭਟਕਣ ਦਿਓ। ਦਰਅਸਲ ਤੁਸੀਂ ਆਪਣਾ ਮੋਹ ਦਾ ਕਰਕੇ ਪਰੇਸ਼ਾਨ ਹੋ ਰਹੇ ਹੋ। ਬੱਚਿਆਂ ਦਾ ਕਸੂਰ ਨਹੀਂ ਹੈ ਇਹਦੇ ਵਿੱਚ ਕੋਈ, ਤੁਹਾਨੂੰ ਮੋਹ ਹੈ। ਮੇਰੇ ਬੱਚੇ, ਆਪਣੇ ਬੱਚੇ ਨਾ ਕਹਿਣਾ ਮੰਨਣ, ਅਤੇ ਤੁਸੀਂ ਤਕਲੀਫ ਪਾ ਰਹੇ, ਦੁੱਖ ਪਾ ਰਹੇ ਹੋ। ਤੁਸੀਂ ਆਪਣੀ ਵਾਸ਼ਨਾ ਦੇ ਕਰਕੇ ਪਾ ਰਹੇ। ਤੁਸੀਂ ਆਪਣੇ ਵੱਲ ਦੇਖੋ, ਬੱਚਿਆਂ ਨੂੰ ਛੱਡੋ। ਤੁਹਾਡੇ ਅੰਦਰ ਮੋਹ ਹੈ, ਮੋਹ ਨੂੰ ਕੱਢੋ। ਮੇਰੇ ਤੇਰੇ ਕਿੱਥੇ ਹੈ ਇੱਥੇ ਬੱਚੇ? ਕੌਣ ਹੈ ਕਿਸੇ ਦਾ ਇੱਥੇ? ਉਹ ਤਾਂ ਸਗੋਂ ਵਧੀਆ ਕਰ ਰਹੇ ਹਨ, ਜੀਂਦੇ ਜੀ ਸੰਬੰਧ ਤੋੜ ਰਹੇ ਹਨ। ਨਹੀਂ ਤਾਂ ਮਰਨ ਵੇਲੇ ਔਖੇ ਹੋਓਗੇ, ਤੁਸੀਂ ਤੋੜੋਗੇ। ਹਿੰਦੂ ਧਰਮ ਦੇ ਵਿੱਚ ਬੱਚੇ ਹੀ ਤੋੜਦੇ ਹਨ ਪਿਤਾ ਦਾ ਸਿਰ। ਉਹ ਪ੍ਰਤੀਕ ਹੈ ਵੀ ਜੀਂਦੇ ਜੀ ਨਹੀਂ ਤੁਸੀਂ ਹਟੇ, ਮੋਹ ਨਹੀਂ ਤੋੜਿਆ, ਤਾਂ ਮਰਨ ਤੋਂ ਬਾਅਦ ਫਿਰ ਉਹਦਾ ਸਿਰ। ਬਾਅਦ 'ਚ ਕੋਈ ਫਾਇਦਾ ਨਹੀਂ ਹੈ ਮੋਹ ਟੁੱਟਦਾ ਵੀ ਨਹੀਂ ਹੈ। ਉਹ ਤਾਂ ਜੁੜ ਗਿਆ ਜੋ ਜੁੜ ਗਿਆ। ਅਤੇ ਜਿਹੜੇ ਜੀਂਦੇ ਜੀ ਤੋੜ ਰਹੇ ਹਨ ਅਤੇ ਵਧੀਆ ਹੈ, ਭਲਾ ਹੈ। ਤੁਹਾਡਾ ਕੌਣ ਹੈ ਇੱਥੇ? ਅਤੇ ਤੁਹਾਡੀ ਵਾਸ਼ਨਾ ਕਰਕੇ ਤੁਸੀਂ ਦੁੱਖ ਪਾ ਰਹੇ ਹੋ। ਪਹਿਲੀ ਤਾਂ ਗੱਲ ਇਹ, ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਬੱਚਿਆਂ ਨੂੰ ਕਹਿਣਾ ਨਾ ਮੰਨਵਾਓ। ਹੁਣ ਬਾਬੇ ਨਾਨਕ ਨੇ ਇੰਨਾ ਥੋੜ੍ਹੀ ਸੋਚਿਆ ਹੋਵੇਗਾ ਜਿੰਨਾ ਤੁਸੀਂ ਮਾਤਾ ਪਿਤਾ ਅਜੋਕੇ ਸਮੇਂ 'ਚ ਸੋਚ ਰਹੇ ਹਨ। ਕਿ ਬਾਬੇ ਨਾਨਕ ਨੇ ਟੈਲੀਫੋਨ ਕਰ ਕਰਕੇ ਪੁੱਛਿਆ ਹੋਵੇਗਾ ਆਪਣੀ ਪਤਨੀ ਨੂੰ ਵੀ ਬੱਚੇ ਠੀਕ ਪੜ੍ਹ ਰਹੇ ਹਨ, ਚੰਗੇ ਨੰਬਰ ਲੈ ਕੇ ਆ ਰਹੇ ਹਨ, ਚੰਗਾ ਪੜ੍ਹਾਵੀਂ ਇਹਨਾਂ ਨੂੰ, ਗ੍ਰੈਜੂਏਟ ਕਰਾਈ, ਜਾਂ ਕੋਈ ਚਿੱਠੀ ਪਾ ਕੇ ਥੋੜ੍ਹੀ ਕਹਿ ਰਹੇ ਸਨ ਉਹਨਾਂ ਨੂੰ। ਉਹ ਜਾਣਦੇ ਸਨ ਕੌਣ ਕਿਸੇ ਦਾ ਹੈ। ਨਾਲੇ ਉਹ ਆਪਣੀ ਪ੍ਰਾਲਬਧ ਲੈ ਕੇ ਆਏ ਹਨ ਬੱਚੇ, ਜੋ ਉਹਨਾਂ ਨੇ ਕਰਨਾ ਹੈ ਵੈਸਾ ਹੀ ਕਰਨਾ ਹੈ। ਹੁਣ ਬਾਬਾ ਸ਼੍ਰੀ ਚੰਦ ਜੀ ਬਿਲਕੁਲ ਹੀ ਵੈਰਾਗੀ ਹੋ ਗਏ, ਤਿਆਗੀ ਹੋ ਗਏ, ਸੰਸਾਰ ਤੋਂ ਉਪਰਾਮ ਹੋ ਗਏ, ਉਦਾਸੀਨ ਹੋ ਗਏ, ਛੱਡ ਕੇ ਚਲੇ ਗਏ। ਤਾਂ ਉਹਨਾਂ ਨੂੰ ਕੁਛ ਵੀ ਨਹੀਂ ਕਿਹਾ। ਠੀਕ ਹੈ, ਜੋ ਤੈਨੂੰ ਠੀਕ ਲੱਗਦਾ ਹੈ ਉਹੀ ਤੇਰਾ ਮਾਰਗ ਹੈ। ਅਤੇ ਸਤਿਪੁਰਖ ਜਾਗਰਤ ਪੁਰਸ਼ ਜ਼ਬਰਦਸਤੀ ਨਹੀਂ ਕਰਦੇ, ਉਹਨਾਂ ਦਾ ਆਪਣਾ ਪਰਾਇਆ ਥੋੜ੍ਹੀ ਹੁੰਦਾ ਕੋਈ। ਫਿਰ ਦੂਸਰੀ ਗੱਲ ਜੋ ਇਹਨੇ ਕਹੀ ਹੈ ਵੀ ਅਗਰ ਕੋਈ ਧੋਖਾ ਦੇ ਕੇ ਚਲੇ ਜਾਵੇ, ਜਿਹੜਾ ਤੁਹਾਡੇ ਨਾਲ ਰਿਹਾ ਹੈ, ਜਿਹਦਾ ਤੁਸੀਂ ਬਹੁਤ ਕੀਤਾ ਹੈ, ਘਰ ਵਾਲੀ ਧੋਖਾ ਦੇ ਕੇ ਚਲੇਗੀ। ਕਈ ਕਹਿ ਦਿੰਦੇ ਹਨ ਵੀ ਪ੍ਰੇਮ ਦੇ ਵਿੱਚ ਫਲਾਣੇ ਨੇ ਧੋਖਾ ਦੇ ਦਿੱਤਾ। ਨਹੀਂ, ਧੋਖਾ ਕੋਈ ਨਹੀਂ ਦਿੰਦਾ ਹੈ। ਤੁਹਾਡੀਆਂ ਵਾਸ਼ਨਾਵਾਂ ਅਗਲੇ ਨੇ ਪੂਰੀਆਂ ਨਹੀਂ ਕੀਤੀਆਂ ਹਨ, ਚਾਹਤ। ਇਸ ਕਾਰਨ ਤੁਹਾਨੂੰ ਦੁੱਖ ਲੱਗ ਰਿਹਾ ਹੈ। ਹੁਣ ਮੈਨੂੰ ਪੁੱਛੋ ਤਾਂ ਮੈਂ ਕਹਿੰਦਾ ਮੈਨੂੰ ਕਿਸੇ ਨੇ ਵੀ ਅਜੇ ਤੱਕ ਧੋਖਾ ਨਹੀਂ ਦਿੱਤਾ। ਅਗਰ ਕੋਈ ਮੇਰੇ ਕੋਲ ਰਹਿੰਦਾ ਹੈ, ਸੇਵਾ ਕਰਦਾ ਹੈ, ਬੜੀ ਭਾਵਨਾ ਹੁੰਦੀ ਹੈ ਕਈਆਂ ਦੀ, ਸੇਵਾ ਕਰਦੇ ਆ ਤੋ ਚਲੇ ਜਾਂਦੇ ਹਨ ਕਹਿ ਕੇ ਵੀ ਅਸੀਂ ਤੀਸਰੇ ਦਿਨ ਮੁੜ ਆਵਾਂਗੇ। ਉਹ ਅਗਰ ਨਹੀਂ ਮੁੜਦੇ ਹਨ ਤਾਂ ਮੈਨੂੰ ਧੋਖਾ ਥੋੜ੍ਹੀ ਦੇ ਕੇ ਗਏ ਹਨ। ਉਹ ਧੋਖਾ ਆਪਣੇ ਆਪ ਨੂੰ ਦੇ ਰਹੇ ਹਨ। ਅਗਰ ਮੇਰਾ ਸਵਾਰਥ ਹੁੰਦਾ, ਬਾਹਰੋਂ ਲਗਾਵ ਹੁੰਦਾ ਵੀ ਮੇਰੇ ਬੜੇ ਕੰਮ ਆ ਰਹੇ ਹਨ, ਸੇਵਾ ਕਰ ਰਹੇ ਹਨ, ਅਤੇ ਜਿਹੜੇ ਉਹ ਸੁੱਖ ਦਿੰਦੇ ਹਨ ਉਹਨਾਂ ਦਾ ਮੈਂ ਆਦੀ ਹੋ ਜਾਂਦਾ, ਅਤੇ ਫਿਰ ਮੈਂ ਕਹਿਣਾ ਸੀ ਧੋਖਾ ਦੇ ਗਏ ਹਨ। ਅਤੇ ਮੇਰੇ ਕੋਲੋਂ ਬਹੁਤ ਸੇਵਾ ਕਰਦੇ ਰਹੇ ਹਨ ਅਤੇ ਬਹੁਤ ਗਏ ਹਨ। ਦਰਅਸਲ ਜਦੋਂ ਵੀ ਕੰਮ ਸ਼ੁਰੂ ਹੋਣ ਲੱਗਦਾ ਹੈ ਨਾ, ਟਕਸਾਲ ਦੇ ਵਿੱਚ ਛਿੱਕਾ ਕੜਨਾ ਸ਼ੁਰੂ ਹੁੰਦਾ ਹੈ ਅਤੇ ਕੜਨ ਨੂੰ ਟਾਈਮ ਲੱਗਦਾ ਹੈ, ਅਤੇ ਸ਼ੁਰੂਆਤ ਦੇ ਵਿੱਚ ਹੀ ਬਹੁਤੇ ਨੱਠ ਜਾਂਦੇ ਆ। ਅਤੇ ਕੜਨਾ ਤਾਂ ਉਹਨਾਂ ਨੂੰ ਸੀ, ਉਹਨਾਂ ਦਾ ਭਲਾ ਹੋਣਾ ਸੀ, ਉਹਨਾਂ ਦੇ ਅੰਦਰੋਂ ਪਰਮਾਤਮਾ ਦੀ ਮੂਰਤੀ ਉਘੇੜਨੀ ਸੀ। ਪਰ ਉਹ ਚਲੇ ਗਏ, ਛੱਡ ਕੇ ਨੱਠ ਗਏ। ਪਰ ਮੈਂ ਉਹਨਾਂ ਨੂੰ ਟੈਲੀਫੋਨ ਕਰਕੇ ਕਦੇ ਕਿਸੇ ਨੂੰ ਨਹੀਂ ਕਿਹਾ ਹੈ ਵੀ ਤੁਸੀਂ ਵਾਪਸ ਆ ਜਾਓ।
ਜਾਂ ਮੇਰਾ ਤੁਹਾਡੇ ਬਗੈਰ ਚਿੱਤ ਨਹੀਂ ਲੱਗਦਾ, ਕਿਸੇ ਨੂੰ ਨਹੀਂ ਸੱਦਿਆ ਹੈ। ਕਿਉਂਕਿ ਮੈਂ ਪ੍ਰੇਮ ਕਰਦਾ ਹਾਂ ਨਾ, ਮੈਂ ਜਾਣਦਾ ਹਾਂ ਅਗਰ ਕਿਸੇ ਦਾ ਭਟਕਣ ਨੂੰ ਵੀ ਚਿੱਤ ਕਰਦਾ ਹੈ ਸੰਸਾਰ ਵਿੱਚ ਤਾਂ ਭਟਕ ਲਵੇ, ਅਤੇ ਭਟਕ ਕੇ ਉਹਨੂੰ ਖਿਆਲ ਵਿੱਚ ਆਵੇਗਾ ਨਾ ਫਿਰ ਵੀ ਉਹ ਠੀਕ ਹੀ ਕਹਿੰਦੇ ਸਨ, ਸੰਸਾਰ ਭਟਕਣਾ ਹੈ, ਇੱਥੇ ਕੁਛ ਨਹੀਂ ਮਿਲਦਾ ਹੈ। ਨਾ ਹੀ ਸੰਸਾਰ ਵਿੱਚ ਰਹਿੰਦਿਆਂ ਚਿੰਤਨ ਹੁੰਦਾ ਹੈ, ਧਿਆਨ ਹੁੰਦਾ ਹੈ। ਜੇ ਆਪਣੇ ਆਪ ਹੁੰਦਾ ਹੀ ਹੁੰਦਾ ਤਾਂ ਮੇਰੇ ਕੋਲ ਕਾਹਨੂੰ ਆਉਂਦੇ। ਪਰ ਉੱਥੇ ਰਹਿ ਕੇ ਪਤਾ ਲੱਗੂਗਾ ਨਾ। ਅਤੇ ਮੋਹ ਬੰਧਨ ਹੈ, ਪ੍ਰੇਮ ਸੁਤੰਤਰ ਹੈ, ਸੁਤੰਤਰਤਾ ਦਿੰਦਾ ਹੈ। ਭਟਕਣ ਵਾਸਤੇ ਵੀ ਉਹ ਸੁਤੰਤਰਤਾ ਦਿੰਦਾ ਹੈ ਵੀ ਤੁਸੀਂ ਭਟਕ ਲਓ, ਕੋਈ ਗੱਲ ਨਹੀਂ, ਮੈਂ ਮੌਜੂਦ ਹਾਂ, ਫਿਰ ਆ ਜਿਓ, ਕੋਈ ਗੱਲ ਨਹੀਂ। ਤਾਂ ਕੀ ਹੋਇਆ, ਮੈਂ ਨਾਰਾਜ਼ ਥੋੜ੍ਹੀ ਹਾਂ। ਮੈਂ ਕਹਿੰਦਾ ਹੀ ਨਹੀਂ ਆ ਤੁਸੀਂ ਧੋਖਾ ਦੇ ਕੇ ਚਲੇ ਗਏ। ਮੈਂ ਕਹਿੰਦਾ ਤੁਹਾਡੀ ਮੌਜ ਸੀ, ਤੁਸੀਂ ਰਹੇ ਸੀ, ਤੁਹਾਡੀ ਮੌਜ ਹੈ, ਤੁਸੀਂ ਚਲੇ ਗਏ। ਮੈਂ ਕਾਹਨੂੰ ਕਿਸੇ ਨੂੰ ਧੋਖਾ ਬਾਜ਼ ਠਹਿਰਾਵਾਂ। ਅਤੇ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਧੋਖਾ ਨਹੀਂ ਦਿੱਤਾ ਹੈ, ਕਿਉਂਕਿ ਮੈਂ ਸਵਾਰਥੀ ਨਹੀਂ ਹਾਂ ਨਾ, ਪਰਮਾਰਥੀ ਹਾਂ। ਤੁਸੀਂ ਸਵਾਰਥੀ ਹੋ, ਤੁਸੀਂ ਸਵੈਨ ਦੇ ਅਰਥ ਵਾਸਤੇ, ਸਵੈਨ ਦੇ ਸੁੱਖ ਵਾਸਤੇ ਦੂਸਰੇ ਨੂੰ ਕੋਲ ਰੱਖਦੇ ਹੋ, ਦੂਸਰੇ ਨੂੰ ਕੋਲ ਰੱਖਦੇ ਹੋ ਆਪਣੇ ਸੁੱਖ ਵਾਸਤੇ। ਤੁਹਾਨੂੰ ਇਸ ਕਰਕੇ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹੋ। ਇੱਕ ਦੂਸਰੇ ਨੂੰ ਪਤੀ ਪਤਨੀ ਬੜਾ ਖੁਸ਼ ਕਰਦੇ ਰਹਿੰਦੇ ਹਨ ਵੀ ਛੱਡ ਕੇ ਨਾ ਜਾਵੇ। ਪਰ ਅਗਰ ਕੋਈ ਛੱਡ ਕੇ ਚਲੇ ਜਾਵੇ ਤਾਂ ਕਹਿ ਦਿੰਦੇ ਨੇ ਧੋਖਾ ਦੇ ਗਿਆ। ਨਹੀਂ, ਧੋਖਾ ਥੋੜ੍ਹੀ ਦੇ ਗਿਆ, ਤੁਹਾਡੀਆਂ ਵਾਸ਼ਨਾਵਾਂ 'ਤੇ ਪਾਣੀ ਫੇਰ ਗਿਆ, ਤੁਹਾਡੀਆਂ ਚਾਹਤਾਂ 'ਤੇ ਪਾਣੀ ਫੇਰ ਗਿਆ। ਜੋ ਤੁਸੀਂ ਚਾਹਿਆ ਉਹ ਉਹਨੇ ਕੀਤਾ ਨਹੀਂ, ਤੁਹਾਡੀਆਂ ਵਾਸ਼ਨਾਵਾਂ ਨੂੰ ਤੋੜ ਗਿਆ ਹੈ। ਤੁਸੀਂ ਕਹਿੰਦੇ ਨਾ ਪ੍ਰੇਮੀ ਧੋਖਾ ਦੇ ਗਿਆ, ਨਹੀਂ, ਉਹ ਤੁਹਾਡੀਆਂ ਵਾਸ਼ਨਾਵਾਂ ਤੋੜ ਗਿਆ ਹੈ। ਧੋਖਾ ਕਿੱਥੇ ਦੇ ਕੇ ਗਿਆ, ਵਾਸ਼ਨਾਵਾਂ ਪੂਰੀਆਂ ਨਹੀਂ ਕਰਕੇ ਗਿਆ। ਅਤੇ ਤੁਸੀਂ ਇਲਜ਼ਾਮ ਉਹ 'ਤੇ ਲਾਉਂਦੇ ਹੈ। ਆਪਣੀਆਂ ਵਾਸ਼ਨਾਵਾਂ ਨੂੰ ਦੇਖੋ, ਚਾਹਤਾਂ ਨੂੰ ਦੇਖੋ, ਉਹ ਧੋਖਾ ਦੇ ਰਹੀ।